ਕਿਸਾਨੀ ਅੰਦੋਲਨ ਦੇ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਰਿਹਾ ਹੈ, ਚਾਹੇ ਉਹ ਹਿੱਸਾ ਕਿਸੇ ਵੀ ਤਰੀਕੇ ਨਾਲ ਹੋਵੇ, ਚਾਹੇ ਸੇਵਾ ਕਰਕੇ ਹੋਵੇ ਜਾਂ ਆਪਣੇ ਵੱਲੋਂ ਪ੍ਰਦਰਸ਼ਨ ਕਰਕੇ ਹੋਵੇ। ਹਰਿਆਣੇ ਦੀਆਂ ਕੁਝ ਔਰਤਾਂ ਨੇ ਦਸਤਾਰ ਬੰਨ ਕੇ, ਹਰੇ ਰੰਗ ਦੀ ਦਸਤਾਰ ਬੰਨ ਕੇ ਉਹ ਇਸ ਅੰਦੋਲਨ ਦੇ ਵਿੱਚ ਪਹੁੰਚੇ ਨੇ। ਇਹ ਤਸਵੀਰਾਂ ਦੇਖੋ ਕਿ ਕਹਿੰਦੇ ਨੇ ਕਿ ਹਰਿਆਣੇ ਦੇ ਵਿੱਚ ਔਰਤਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਪਰ ਅਸੀਂ ਫਿਰ ਵੀ ਹਿੰਮਤ ਕਰਕੇ ਆਪ ਗੱਡੀ ਚਲਾ ਕੇ, ਇਹ ਕਹਿੰਦੇ ਨੇ ਕਿ ਮੇਰੇ ਸ਼ਹਿਰ ਦੇ ਵਿੱਚੋਂ ਮੈਂ ਇੱਕੋ ਲੇਡੀ ਆ ਕੱਲੀ ਜਿਨ੍ਹਾਂ ਨੂੰ ਡਰਾਈਵ ਆਉਂਦੀ ਆ, ਤੇ ਇਹ ਆਪ ਗੱਡੀ ਚਲਾ ਕੇ ਦੇਖੋ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਇੱਥੇ ਇਸ ਅੰਦੋਲਨ ਦੇ ਵਿੱਚ ਪਹੁੰਚੇ ਨੇ। ਗੱਲਬਾਤ ਕਰਦੇ ਆ। ਮੈਮ, ਸਭ ਤੋਂ ਪਹਿਲਾਂ ਤਾਂ ਨਾਮ ਦੱਸ ਦਿਓ ਜੀ ਆਪਣਾ। ਮਨਪ੍ਰੀਤ ਕੌਰ ਵਿਰਕ, ਪਿੰਡ ਅਸੰਧ, ਜ਼ਿਲ੍ਹਾ ਕਰਨਾਲ ਜੀ। ਕੀ ਸੋਚਿਆ, ਕੀ ਲੱਗਾ ਕਿ ਅੱਜ ਦਸਤਾਰਾਂ ਬੰਨ ਕੇ ਆਉਣਾ ਚਾਹੀਦਾ? ਬਸ ਮੇਨ ਮਕਸਦ ਤਾਂ ਇਹ ਸੀਗਾ ਕਿ ਵੀ ਯਾਰ ਅਸੀਂ ਉਨੇ ਹੀ ਪਾਵਰਫੁਲ ਆ ਜਿੰਨੇ ਕਿ ਮੈਨ ਪਾਵਰਫੁਲ ਆ, ਤੇ ਅਸੀਂ ਕਿਉਂ ਨਹੀਂ ਕੁਛ ਕਰ ਸਕਦੇ। ਤੇ ਬਾਕੀ ਦੀਆਂ ਵੀ ਜਿਹੜੀਆਂ ਕਿਸਾਨੀ ਨਾਲ ਜੁੜੀਆਂ ਲੇਡੀਜ਼ ਆ, ਉਹਨਾਂ ਨੂੰ ਵੀ ਇੰਨੀ ਹਿੰਮਤ ਕਰਕੇ ਇੱਥੇ ਆਪਣੀ ਇਸ ਤੀਰਥ ਤੇ, ਜਿਹਨੂੰ ਕਿ ਮੈਂ ਅੰਦੋਲਨ ਨਹੀਂ ਕਹੂੰਗੀ, ਇਹ ਕਿਸਾਨੀ ਦਾ ਤੀਰਥ ਹੈ, ਇੱਥੇ ਆ ਕੇ ਜ਼ਰੂਰ ਆਪਣੀ ਪ੍ਰੈਜ਼ੈਂਸ ਦਰਜ ਕਰਾਉਣੀ ਚਾਹੀਦੀ ਹੈ। ਜੇ ਤੁਸੀਂ ਇੱਥੇ ਨਹੀਂ ਆਓਗੇ ਤਾਂ ਤੁਸੀਂ ਇਸ ਲਿਖੀ ਜਾ ਰਹੀ ਹਿਸਟਰੀ ਦੇ ਵਿੱਚ ਕਦੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੋਗੇ ਕਿ ਅਸੀਂ ਉੱਥੇ ਨਹੀਂ ਪਹੁੰਚੇ ਸੀ। ਅੱਜ ਸਾਡੇ ਕਿਸਾਨ ਨੂੰ, ਸਾਡੇ ਕਿੱਤੇ ਨੂੰ, ਸਾਡੇ ਭਰਾਵਾਂ ਨੂੰ ਸਾਡੀ ਲੋੜ ਹੈ, ਸੋ ਨਾਲ ਖੜਨਾ ਹੈ ਅਸੀਂ। ਤੁਸੀਂ ਦੱਸ ਰਹੇ ਸੀਗੇ ਕਿ ਆਪਣੇ ਸ਼ਹਿਰ ਦੇ ਵਿੱਚੋਂ ਕੱਲੀ ਲੇਡੀ ਆ ਜਿਹਨੂੰ ਡਰਾਈਵ ਆਉਂਦੀ ਆ। ਹਾਂਜੀ, ਮੈਂ ਕੱਲ ਬਹੁਤ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਲੇਡੀਜ਼ ਨੂੰ ਕਿ ਤੁਸੀਂ ਚੱਲੋ, ਦਿੱਲੀ ਚੱਲੀਏ, ਆਪਾਂ ਵੀ ਜਾ ਕੇ ਉਹਨਾਂ ਦੇ ਨਾਲ ਖੜੀਏ, ਪਰ ਸ਼ਾਇਦ ਉੱਥੇ ਇਹ ਇੰਨੀ ਐਕਸਪੋਜ਼ਰ ਨਹੀਂ ਹੈਗਾ ਲੇਡੀਜ਼ ਦੇ ਵਿੱਚ, ਤੇ ਉਹ ਨਹੀਂ ਮੰਨੀਆਂ। ਸੋ ਫਿਰ ਮੈਂ ਆਪਣੇ ਸਿਸਟਰ ਇਨ ਲਾ, ਇਹ ਦਿੱਲੀ ਰਹਿੰਦੇ ਆ, ਤੇ ਇਹਨਾਂ ਨੂੰ ਮੈਂ ਨਾਲ ਲਿਆ, ਮੇਰੇ ਦੂਸਰੇ ਸਿਸਟਰ ਇਨ ਲਾ ਹੈ, ਇਹਨਾਂ ਨੂੰ ਨਾਲ ਲਿਆ। ਮੈਂ ਕਿਹਾ ਆਪਾਂ ਇਕੱਲੇ ਚੱਲਦੇ ਹਾਂ, ਆਪਾਂ ਚੱਲਾਂਗੇ ਤੇ ਐਟਲੀਸਟ ਅਵੇਅਰਨੈਸ ਹੋਊਗੀ। ਜਦੋਂ ਅਸੀਂ ਰਾਹ ਦੇ ਵਿੱਚ ਆ ਰਹੇ ਸੀਗੇ ਤੇ ਬਹੁਤ ਸਾਰੇ ਵੀਰਾਂ ਨੇ ਸਾਨੂੰ ਰਾਹ ਦੇ ਵਿੱਚ ਰੋਕ ਕੇ ਇਹ ਗੱਲ ਕੀਤੀ, ਔਰ ਅਸੀਂ ਕੋਸ਼ਿਸ਼ ਕੀਤੀ ਕਿ ਸਾਨੂੰ ਹਰ ਕੋਈ ਦੇਖੇ ਕਿ ਅਸੀਂ ਵੀ ਕੋਸ਼ਿਸ਼ ਕਰਕੇ ਪਹੁੰਚ ਸਕਦੇ ਹਾਂ, ਤੇ ਵਾਈ ਨਾਟ ਕਿ ਬਾਕੀ ਸਾਰੇ ਵੀ ਚੱਲੋ, ਚਾਹੇ ਉਹ ਸਿੱਖ ਹੈ, ਚਾਹੇ ਉਹ ਜੱਟ ਹੈ, ਚਾਹੇ ਉਹ ਜਾਟ ਹੈ। ਐਜ਼ ਪੰਜਾਬ ਦੇ ਵਿੱਚ ਜੱਟ ਹੈ ਔਰ ਹਰਿਆਣੇ ਦੇ ਵਿੱਚ ਜਾਟ ਹੈ ਤਾਂ ਅਨਡਿਵਾਈਡਡ ਪੰਜਾਬ। ਸੋ ਜੇ ਸਭ ਲੋਕ ਇੱਥੇ ਆਪਣੀ ਪ੍ਰੈਜ਼ੈਂਸ ਇੱਕ ਮੂਵਮੈਂਟ ਵੀ ਦਿੰਦੇ ਆ ਤੇ ਉਹਦੇ ਨਾਲ ਬਹੁਤ ਵੱਡਾ ਡਿਫਰੈਂਸ ਬਣ ਸਕਦਾ ਆ। ਕਿਉਂਕਿ ਜਦੋਂ ਔਰਤਾਂ ਨੂੰ ਤੁਸੀਂ ਕਨਵਿੰਸ ਕਰਨ ਗਏ ਕੱਲ ਆਪਣੇ ਘਰਾਂ ਦੇ ਵਿੱਚ ਜਾਂ ਸ਼ਹਿਰਾਂ ਦੇ? ਘਰ ਦੇ ਵਿੱਚ ਨਹੀਂ ਕਿਸੇ ਨੂੰ ਕਨਵਿੰਸ ਕਰਨ ਗਈ, ਮੈਂ ਆਪਣੇ ਫੋਨ ਤੇ ਕਨਵਿੰਸ ਕੀਤਾ। ਮੈਂ ਆਪਣੇ, ਕੀ ਕਹਿੰਦੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਨਹੀਂ, ਉੱਥੇ ਜਾਣ ਦੇ ਨਾਲ ਸਾਡੇ ਕੀ ਫਰਕ ਪੈਣਾ ਹੈ। ਤੁਹਾਨੂੰ ਕੀ ਲੱਗਾ, ਤੁਹਾਡੇ ਆਉਣਾ ਫਰਕ ਪੈ ਜਾਊਗਾ? ਲੱਗਦਾ ਮੈਨੂੰ ਤਾਂ ਬਹੁਤ ਲੱਗ ਰਿਹਾ ਹੈ, ਇੱਕ ਦੇ ਨਾਲ ਹੀ ਕਾਫਲਾ ਬਣਦਾ, ਤਾਂ ਸੋ ਫਿਰ ਇੱਕ ਜੁੜ ਜਾਓ। ਜਦੋਂ ਅਸੀਂ ਰਾਹ 'ਚ ਵੀ ਆ ਰਹੇ ਸੀ, ਸਾਡੇ ਅੱਗੇ ਪਿੱਛੇ 2 ਹੋਰ ਕਾਰਾਂ ਸੀਗੀਆਂ ਔਰ ਉਹ ਕਿਸੇ ਹੋਰ ਜਥੇਬੰਦੀ ਦੀਆਂ ਸੀਗੀਆਂ। ਅਸੀਂ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਹੋਏ, ਅਸੀਂ ਤਾਂ ਇੱਕ ਸਿਰਫ ਕਿਸਾਨੀ ਦੀ ਧੀ ਆ, ਕਿਸਾਨੀ ਦੀ ਨੂੰਹ ਆ, ਤੇ ਸਿਰਫ ਇਸ ਕਰਕੇ ਮੈਂ ਆ ਰਹੀ ਸੀ। ਸੋ ਮੈਂ ਵੀ ਉਹਨਾਂ ਨੂੰ ਫੋਲੋ ਕਰ ਲਿਆ। ਸੋ ਸਾਨੂੰ ਚਾਹੀਦਾ ਹੈ ਕਿ ਜੇ ਸਾਡੀ ਏਕਤਾ ਹੈ ਤੇ ਅਸੀਂ ਕੋਈ ਵੀ ਜਥੇਬੰਦੀ, ਕੋਈ ਵੀ ਹੈਗੇ ਆ, ਜੇ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਤੇ ਅਸੀਂ ਚਲੋ ਦਿੱਲੀ ਚਲੋ, ਸਭ ਨੇ ਦਿੱਲੀ ਪਹੁੰਚਣਾ ਹੈ। ਤੁਹਾਡੀ ਸਟੇਜ ਤੋਂ ਸਪੀਚ ਵੀ ਸੁਣ ਰਿਹਾ ਸੀ, ਬੜੀ ਧਮਾਕੇਦਾਰ ਸਪੀਚ ਸੀਗੀ। ਇਹ ਅੰਦਰੋਂ ਕਿਸਾਨ ਜਾਗਿਆ ਕਿ ਜਾਂ ਪਹਿਲਾਂ ਹੀ ਤੁਸੀਂ ਕੋਈ? ਮੇਰੇ ਅੰਦਰ ਕਿਸਾਨ ਜਾਗਿਆ, ਕਿਉਂਕਿ ਮੈਂ ਬਚਪਨ ਤੋਂ ਹੀ ਦੇਖਿਆ ਹੈ ਕਿ ਕਿਸਾਨੀ ਦੇ ਵਿੱਚ, ਹੁਣ ਵੀ ਤੁਸੀਂ ਗੱਲ ਕਰੋਗੇ ਮੈਂ ਬਹੁਤ ਇਮੋਸ਼ਨਲ ਹੋ ਜਾਊਂਗੀ, ਮੇਰੇ ਕੋਲ ਬੋਲਿਆ ਨਹੀਂ ਜਾਣਾ ਹੋਰ। ਇਹ ਬਹੁਤ ਇੱਕ ਖੂਨ ਦੇ ਨਾਲ ਰੰਗਿਆ ਹੋਇਆ ਸੰਘਰਸ਼ ਹੈ। ਈਸਟ ਇੰਡੀਆ ਕੰਪਨੀ ਨੂੰ ਜੇ ਅਸੀਂ ਇੱਥੋਂ ਕੱਢ ਸਕਦੇ ਹਾਂ ਤੇ ਇਹ ਨਾ ਸੋਚੋ ਅਸੀਂ ਇਹਨਾਂ ਨੂੰ ਨਹੀਂ ਹਿਲਾ ਸਕਦੇ। ਇਹ ਕਦੀ ਨਾ ਆਪਣੇ ਮਨ 'ਚ ਸੋਚੋ ਕਿ ਅਸੀਂ ਇਹਨਾਂ ਦੇ ਕਾਨੂੰਨ ਵਾਪਸ ਨਹੀਂ ਕਰਾ ਸਕਦੇ। ਉਸ ਟਾਈਮ ਤੇ ਜਦੋਂ ਕਿ ਸਾਡੇ ਕੋਲ ਉਹਨੇ ਕਨਵੈਂਸ ਵੀ ਨਹੀਂ ਸੀਗੇ, ਉਹਨੇ ਸਾਧਨ ਨਹੀਂ ਸੀ। ਅੱਜ ਤਾਂ ਅਸੀਂ ਟਿਕਟ ਕਟਾਉਂਦੇ ਹਾਂ, ਅਸੀਂ ਉੱਡ ਕੇ ਇੰਗਲੈਂਡ ਪਹੁੰਚ ਜਾਂਦੇ ਹਾਂ। ਜੇ ਉਸ ਟਾਈਮ ਤੇ ਅਸੀਂ ਇੰਗਲੈਂਡ ਜਾ ਸਕਦੇ ਹਾਂ, ਜੇ ਅਸੀਂ ਉਸ ਸ਼ਾਸਨ ਦਾ, ਕਰਾਊਨ ਆਫ ਇੰਗਲੈਂਡ, ਜਿਹਦਾ ਕਹਿੰਦੇ ਸੀ ਕਿ ਕਦੀ ਸੂਰਜ ਨਹੀਂ ਡੁੱਬਦਾ, ਜੇ ਇਹ ਕੌਮ ਨੇ ਉਹਦਾ ਸੂਰਜ ਡੁਬੋ ਦਿੱਤਾ ਸੀਗਾ, ਤੇ ਇਹ ਸੂਰਜ ਡੁਬੋਣਾ ਸਾਡੇ ਵਾਸਤੇ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਅਸੀਂ ਇਹ ਵੀ ਸੂਰਜ ਡੁਬੋ ਸਕਦੇ ਹਾਂ। ਸੋ ਆਪਣੇ ਵਿੱਚ ਹੌਸਲਾ ਰੱਖੋ, ਆਪਣੇ ਤੇ ਵਿਸ਼ਵਾਸ ਰੱਖੋ, ਵੀ ਕੈਨ ਡੂ ਇਟ। ਜੇ ਅਸੀਂ ਇੱਕ ਜਣਾ ਵੀ ਇੱਧਰ ਨੂੰ ਤੁਰਦਾ ਹੈ ਨਾ, ਤੇ ਇਹ ਬਹੁਤ ਵੱਡਾ ਕਾਫਲਾ ਬਣ ਜਾਣਾ ਹੈ। ਔਰ ਇਹੀ ਹੈ, ਸਾਨੂੰ ਆਪਣੀ ਪ੍ਰੈਜ਼ੈਂਸ ਇੱਥੇ ਦਰਜ ਕਰਾ ਕੇ ਇਹੀ ਤਾਂ ਹੁਕੂਮਤ ਨੂੰ ਦੱਸਣਾ, ਕਿਉਂਕਿ ਇਹ ਜਿਹੜਾ ਅੰਦੋਲਨ ਹੈ ਇਹ ਤਾਂ ਬਹੁਤ ਸ਼ਾਂਤਮਈ ਹੈ। ਅਸੀਂ ਤਾਂ ਇੱਥੇ ਕੁਝ ਹੋਰ ਕਰਨਾ ਹੀ ਨਹੀਂ ਹੈ, ਸਿਰਫ ਅਸੀਂ ਇੱਥੇ ਆਪਣੀ ਪ੍ਰੈਜ਼ੈਂਸ ਦੱਸਣੀ ਹੈ ਕਿ ਹਾਂ ਜੀ ਅਸੀਂ ਇੰਨੇ ਜਣੇ ਆ ਔਰ ਅਸੀਂ ਇਕਜੁੱਟ ਹੈ ਔਰ ਸਾਰੇ ਇਕੱਠੇ ਹੋ ਕੇ ਇਸ ਕਾਜ਼ ਲਈ ਲੜ ਰਹੇ ਹਾਂ। ਔਰ ਇਹ ਕਾਜ਼ ਜੋ ਹੈ ਇਹ ਹਿਊਮੈਨਿਟੇਰੀਅਨ ਕਾਜ਼ ਹੈ। ਇਹ ਕੋਈ ਇਹ ਨਹੀਂ ਹੈਗਾ, ਜਿਹੜਾ ਬੰਦਾ ਮਿੱਟੀ ਨਾਲ ਜੁੜਿਆ ਹੈ ਉਹ ਕਦੀ ਗਲਤ ਹੋ ਹੀ ਨਹੀਂ ਸਕਦਾ। ਉਹਦੀਆਂ ਜੜ੍ਹਾਂ ਮਿੱਟੀ ਦੇ ਵਿੱਚ, ਔਰ ਜੜ੍ਹਾਂ ਹਮੇਸ਼ਾ ਹੋਰ ਡੂੰਘੀਆਂ ਜਾਂਦੀਆਂ ਆ, ਕਦੀ ਉਹ ਅਸਮਾਨ 'ਚ ਨਹੀਂ ਉੱਡਦੀਆਂ। ਅਸੀਂ ਉਹਨਾਂ ਲੋਕਾਂ ਨੂੰ ਤਾਂ ਜਾਣਦੇ ਹੀ ਨਹੀਂ ਜਿਹੜੇ ਅਸਮਾਨਾਂ 'ਚ ਉੱਡਣ ਵਾਲੇ ਆ। ਸੋ ਫਿਰ ਜੋ ਸਾਡੀ ਸੋਚ ਆ ਉਹ ਤਾਂ ਇਹੀ ਹੈ ਕਿ ਅਸੀਂ ਮਿੱਟੀ ਨਾਲ ਜੁੜੇ ਹੋਏ ਆ, ਉਹੀ ਸੋਚ ਲੈ ਕੇ ਅਸੀਂ ਇੱਥੇ ਆਏ ਆ। ਇੰਨੀ ਦੁਨੀਆ ਇੱਥੇ ਲੰਗਰ ਛਕ ਰਹੀ ਹੈ, ਇੰਨਾ ਇੰਤਜ਼ਾਮ ਹੈ, ਕੌਣ ਚਲਾ ਰਿਹਾ ਆ? ਕਿਉਂਕਿ ਜਿਹੜਾ ਬੰਦਾ ਹਿਊਮੈਨਿਟੀ ਨੂੰ
ਸਪੋਰਟ ਕਰੂਗਾ ਉਹਦਾ ਕੋਈ ਵੀ ਕੰਮ ਨਹੀਂ ਰੁਕ ਸਕਦਾ। ਤਾਂ ਸਾਡਾ ਇਹ ਅੰਦੋਲਨ ਰੁਕ ਨਹੀਂ ਸਕਦਾ, ਇਹ ਅਸੀਂ ਹਾਸਲ ਕਰਕੇ ਹੀ ਜਾਵਾਂਗੇ। ਭਾਵੁਕ ਹੋ ਰਹੇ ਹੋ ਤਾਂ ਇਹਨਾਂ ਔਰਤਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੀਆਂ ਘਰ ਬੈਠੀਆਂ ਨੇ, ਜਾਂ ਕੁਝ ਔਰਤਾਂ ਹੁੰਦੀਆਂ ਨੇ ਕੁਝ ਸ਼ਰਮ ਕਰਦੀਆਂ ਨੇ? ਅੱਜ ਤਾਂ ਕਿੱਡੇ ਸੋਹਣੇ ਲੱਗ ਰਹੇ ਹੋ, ਤੁਹਾਡੇ ਨਾਲ ਫੋਟੋਆਂ ਖਿਚਾ ਰਹੇ ਨੇ, ਅੱਜ ਤਾਂ ਸੈਲੀਬ੍ਰਿਟੀ ਵਾਲਾ ਤੁਹਾਨੂੰ ਫੀਲ ਆ ਰਿਹਾ ਹੋਣਾ। ਨਹੀਂ, ਅਸੀਂ ਸੈਲੀਬ੍ਰਿਟੀ ਤਾਂ ਨਹੀਂ, ਅਸੀਂ ਕਿਸਾਨ ਹੈ, ਕਿਸਾਨ ਦੀ ਬੇਟੀਆਂ, ਕਿਸਾਨ ਦੀ ਬਹੂ ਆ। ਔਰ ਇੱਕ ਮੈਂ ਉਹ ਦੋ ਪ੍ਰਦੇਸ਼ਾਂ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ, ਪੰਜਾਬ ਨੂੰ ਵੀ ਤੇ ਹਰਿਆਣੇ ਨੂੰ ਵੀ। और मैं बस सिर्फ ये कहना चाहूंगी कि हरियाणे दियां लेडीज भी इत्थे पहुंचो प्लीज। जेड़ा जेड़ा कोई आ सकता, जेड़ा भी मैनू देख रहा, मैं तुहानू सब नू रिक्वेस्ट कर रही हां कि प्लीज तुसी इत्थे पहुंचो। और जे तुसी एक एक जना तुसी विआहां ते जांदे हो, तुसी शादियां ते जांदे हो, तुसी पार्टियां ते दिल्ली आउंदे हो, जे तुसी एक एक जना ये सोच के तुर पाओ कि सानू इत्थे भी एक तीरथ ते जाना है, और जे असीं उस तीरथ ते ना पहुंचे ते असीं किन्नू किद्दां जवाब दवांगे अपने बच्चिआं नू, अपणियां आउण वालियां पुश्तां नू? सानू इत्थे पहुंचना ही पैना है। सो प्लीज ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਥੇ ਪਹੁੰਚੋ। ਤੁਹਾਡਾ ਹਰਿਆਣੇ ਦੇ ਵਿੱਚ ਤੁਸੀਂ ਰਹਿੰਦੇ ਹੋ, ਪੰਜਾਬ ਦੇ ਨਾਲ ਰਿਸ਼ਤਾ ਕੀ ਹੈ ਤੁਹਾਡਾ ਉੱਥੇ? ਹਾਂਜੀ, ਮੈਂ ਜੰਮੀ ਪੰਜਾਬ ਚ ਹਾਂ ਜੀ। ਹਾਂਜੀ ਜੀ, ਮੈਂ ਗੁਰਦਾਸਪੁਰ ਦੀ ਵਸਨੀਕ ਹਾਂ। ਅੱਜ ਤੋਂ ਬਿਲੋਂਗ ਕਰਦੇ ਹੋ ਤੁਸੀਂ, ਫਿਰ ਇਹ ਅੱਜ ਹਰਿਆਣਾ ਤੇ ਪੰਜਾਬ ਇਕੱਠਾ ਬੈਠਾ ਵੇਖ ਕੇ ਕੀ ਲੱਗਦਾ? ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ ਦੇਖ ਕੇ। ਪਰ ਕਦੀ ਸਾਡੇ ਚ ਵੈਸੇ ਵੀ ਫੀਲਿੰਗ ਨਹੀਂ ਆਈ ਸੀਗੀ। ਹਾਂਜੀ, ਕਦੀ ਫੀਲਿੰਗ ਨਹੀਂ ਆਈ ਕਿ ਪੰਜਾਬ ਤੇ ਹਰਿਆਣਾ ਅੱਡ ਹੈ, ਕਿਉਂਕਿ ਜਿਹੜਾ ਅਨਡਿਵਾਈਡਡ ਪੰਜਾਬ ਹੈ, ਸਾਡੀਆਂ ਤਾਂ ਰਿਸ਼ਤੇਦਾਰੀਆਂ ਸਾਰੀਆਂ ਹੀ ਦੋਨੋਂ ਜਗ੍ਹਾ ਤੇ ਆ। ਸੋ ਕਦੀ ਵੀ ਨਹੀਂ ਲੱਗਦਾ ਇਹ ਕਿ ਪੰਜਾਬ ਤੇ ਹਰਿਆਣਾ ਲੱਗ ਗਿਆ। ਇਹ ਤਾਂ ਸਾਡੀਆਂ ਸਰਕਾਰਾਂ ਨੇ ਵਿੱਚ ਪਾਏ ਹੋਏ ਆ ਵਿਤਕਰੇ, ਹੋਰ ਤਾਂ ਕੁਝ ਨਹੀਂ ਹੈ। ਸਲੈਂਗ ਤੋਂ ਲੱਗਦਾ ਤੁਸੀਂ ਵਿਦੇਸ਼ 'ਚ ਵੀ ਹੋ ਕੇ ਆਏ ਹੋ ਕਿ ਜਾਂ? ਨਹੀਂ ਜੀ, ਨਹੀਂ ਜੀ, ਸਾਡੇ ਪਿਓ ਦਾਦਿਆਂ ਨੇ ਬਹੁਤ ਮਿਹਨਤ ਕਰਕੇ ਸਾਨੂੰ ਚੰਗੇ ਸਕੂਲਾਂ 'ਚ ਭੇਜਿਆ ਹੈ ਨਾ, ਜੋ ਕਿ ਅੱਜ ਸਾਡੇ ਤੇ ਇਹ ਗੱਲਾਂ ਬਣ ਰਹੀਆਂ ਕਿ ਇਹ ਜੀ ਕਿਸਾਨ ਹੈ, ਨਾ ਇਹ ਪੀਜ਼ਾ ਖਾ ਸਕਦੇ ਆ, ਨਾ ਇਹ ਚੰਗੀ ਕਾਰ ਤੇ ਪੈ ਸਕਦੇ ਆ। ਮੇਰਾ ਪੁੱਛਣ ਦਾ ਮਕਸਦ ਇਹ ਸੀਗਾ ਕਿ ਤੁਸੀਂ ਇੰਗਲਿਸ਼ 'ਚ ਵੀ ਇੱਥੇ ਗੱਲ ਕਰ ਰਹੇ ਸੀ, ਇਹ ਕਹਿੰਦੇ ਇੰਗਲਿਸ਼ ਬੋਲਣ ਵਾਲੇ ਕਿਸਾਨ ਹੈ ਹੀ ਨਹੀਂ। ਇਹ ਤਾਂ ਜੀ ਇਹਨਾਂ ਦਾ ਭੁਲੇਖਾ ਹੈ। ਜੇ ਚਾਹ ਬਣਾਉਣ ਵਾਲੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਹੈਗੇ ਆ ਤੇ ਚਾਹ ਇਹ ਕੀ ਗੱਲ ਹੋਈ? ਇਹਦੇ ਵਿੱਚ ਕੋਈ ਤੱਤ ਨਹੀਂ ਹੈਗਾ। ਅਨਦਰ ਥਿੰਗ, ਮੈਂ ਹੋਰ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਮੈਂ ਬਾਰ-ਬਾਰ ਇਹ ਗੱਲ ਜਿਹੜੀ ਅਸੀਂ ਦੁਹਰਾਉਂਦੇ ਹਾਂ ਕਿ ਚਾਹ ਬਣਾਉਣ ਵਾਲਾ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦਾ, ਇਹ ਚਾਹ ਬਣਾਉਣ ਵਾਲਿਆਂ ਦੀ ਬਹੁਤ ਵੱਡੀ ਤੋਹੀਨ ਹੈ। ਇਹ ਨਹੀਂ ਕਹਿਣਾ ਚਾਹੀਦਾ ਸਾਨੂੰ। ਚਾਹ ਬਣਾਉਣ ਵਾਲੇ ਦੀ ਬਹੁਤ ਵੱਡੀ ਕਾਬਲੀਅਤ ਹੈ। ਚਾਹ ਬਣਾਉਣ ਵਾਲਾ ਕੁਝ ਵੀ ਬਣ ਸਕਦਾ ਹੈ, ਪਰ ਇੱਕ ਇੰਨਾ ਮਰੀ ਜ਼ਮੀਰ ਦਾ ਬੰਦਾ ਪ੍ਰਾਈਮ ਮਿਨਿਸਟਰ ਨਹੀਂ ਬਣਨਾ ਚਾਹੀਦਾ ਸੀ। ਕਿਉਂ ਬਣ ਗਿਆ? ਇਹ ਸਾਡੀ ਮਾੜੀ ਤਕਦੀਰ ਹੈ। ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਤੁਸੀਂ ਵੋਟਾਂ ਤਾਂ ਨਹੀਂ ਪਾਈਆਂ ਸੀ? ਬਿਲਕੁਲ ਨਹੀਂ, ਬਿਲਕੁਲ ਨਹੀਂ, ਮੈਂ ਬਿਲਕੁਲ ਨਹੀਂ ਪਾਈ। ਤੁਹਾਡੇ ਸਿਸਟਰ ਨਾਲ ਵੀ ਗੱਲ ਕਰਦੇ ਆ। ਤੁਸੀਂ ਦਿੱਲੀ ਤੋਂ ਆਏ ਹੋ? ਹਾਂਜੀ, ਮੈਂ ਫਰੀਦਾਬਾਦ ਤੋਂ ਆ ਔਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਐਗਜ਼ੀਕਿਊਟਿਵ ਮੈਂਬਰ ਆ। ਦਿੱਲੀ ਵਾਲਿਆਂ ਨੂੰ ਤਾਂ ਕਹਿੰਦੇ ਕਈ ਵਾਰੀ ਇਹ ਚੀਜ਼ਾਂ ਭੀੜ ਭੜੱਕਾ ਮਿੱਟੀ ਘੱਟਾ ਪਸੰਦ ਨਹੀਂ ਆਉਂਦਾ, ਤੁਸੀਂ ਕਿਉਂ ਇੱਥੇ ਆ ਗਏ? ਮੇਰੇ ਪੇਕੇ ਅਸੰਨ ਨੇ, ਮੈਂ ਵਿਰਕਾਂ ਦੀ ਬੇਟੀ ਆ ਔਰ ਮੈਂ ਜ਼ਿਮੀਂਦਾਰਾਂ ਦੀ ਬੇਟੀ ਆ। ਸਾਰੀ ਜ਼ਿੰਦਗੀ ਇਹ ਦੇਖਿਆ ਹੈ, ਮੈਂ ਮਿੱਟੀ ਘੱਟੇ ਦੇ ਨਾਲ ਹੀ ਜੰਮੇ ਪਲੇ ਆ ਤੇ ਮਿੱਟੀ ਘੱਟੇ ਵਿੱਚ ਹੀ ਰਹੇ ਆ। ਹਾਂਜੀ, ਅੱਜ ਆ ਕੇ ਕੀ ਮਹਿਸੂਸ ਹੋਇਆ? ਬਹੁਤ ਅੱਛਾ ਮਹਿਸੂਸ ਹੋਇਆ। ਮੈਂ ਪਲਵਲ ਵੀ ਗਈ ਸੀ ਬਾਰਡਰ ਤੇ, ਕਿਉਂਕਿ ਮੈਂ ਫਰੀਦਾਬਾਦ ਦੀ ਗੁਰਦੁਆਰਾ ਸਿੰਘ ਸਭਾ ਦੀ ਵੀ ਜਨਰਲ ਸੈਕਟਰੀ ਹਾਂ, ਤਾਂ ਸੋ ਉਹਨਾਂ ਦੇ ਉੱਤੇ ਮਸ਼ੀਨ ਵੀ ਲਗਾਉਣੀ ਸੀ, ਪ੍ਰਸ਼ਾਦਿਆਂ ਵਾਲੀ ਬਿਸਤਰੇ ਵੀ ਚਾਹੀਦੇ ਸੀ ਔਰ ਡਸਟਬਿਨ, ਏਦਾਂ ਕਈ ਚੀਜ਼ਾਂ ਚਾਹੀਦੀਆਂ ਸੀ। ਮੈਂ ਉੱਥੇ ਜਾ ਕੇ ਆਪਣੀ ਟੀਮ ਦੇ ਨਾਲ ਦੇ ਕੇ ਆਈ ਸੀ। ਸੋ ਮੇਰਾ ਮਨ ਸੀ ਕਿ ਮੈਂ ਹੁਣ ਇੱਥੇ ਆਈ ਹੋਈ ਹਾਂ ਕਰਨਾਲ, ਤਾਂ ਮੈਂ ਆਪਣੀਆਂ ਭਾਬੀਆਂ ਦੇ ਨਾਲ ਪਲਾਨ ਕੀਤਾ ਕਿ ਅਸੀਂ ਜਾ ਕੇ ਉੱਥੇ, ਮੇਰੇ ਬ੍ਰਦਰਸ ਵਗੈਰਾ ਤੇ ਸਾਰੇ ਇੱਥੋਂ ਹੋ ਗਏ ਸੀ, ਤੇ ਅਸੀਂ ਕਹਿ ਕੇ ਅਸੀਂ ਇੱਕ ਵਾਰੀ ਜਾ ਕੇ ਦੇਖ ਕੇ ਆਉਂਦੇ ਹਾਂ। ਫਿਰ ਅਸੀਂ ਸਾਰਿਆਂ ਨੂੰ ਉੱਥੋਂ ਫਰੀਦਾਬਾਦ ਤੋਂ ਵੀ ਮੈਂ ਲੈ ਕੇ ਆਵਾਂਗੀ ਔਰ ਇਹ ਵੀ ਅਸੀਂ ਇਕੱਠੇ ਫਿਰ ਇੱਥੇ ਆਵਾਂਗੇ। ਹਾਂਜੀ, ਪਰਿਵਾਰ ਆਓਗੇ? ਹਾਂ, ਸਾਰਾ ਪਰਿਵਾਰ, ਮੇਰੀਆਂ ਫਰੈਂਡਸ ਵੀ। ਹੁਣ ਮੈਂ ਪਾ ਰਹੀ ਸੀ ਫੋਟੋਆਂ ਤੇ ਉਹ ਕਹਿ ਰਹੇ ਸੀ ਕਿ ਸਾਨੂੰ ਕਿਉਂ ਨਹੀਂ ਲੈ ਕੇ ਗਈ, ਤੇ ਮੈਂ ਕਿਹਾ ਹੁਣ ਕੋਈ ਨਹੀਂ, ਨੈਕਸਟ ਟਾਈਮ ਮੈਂ ਅਗਲੀ ਵਾਰੀ ਜਿਹੜਾ ਤੁਹਾਨੂੰ ਵੀ ਲੈ ਕੇ ਆਵਾਂਗੀ। ਹਾਂਜੀ, ਤੁਸੀਂ ਵੀ ਦਿੱਲੀ ਤੋਂ? ਹਾਂਜੀ, ਮੈਂ ਅਸੰਤ, ਵੈਸੇ ਬੋਰਨ ਇਨ ਦਿੱਲੀ ਪਰ ਅਸੰਤ ਤੋਂ ਆ, ਵਿਆਹੀ ਅਸੰਤ ਆ, ਮੈਰਿਡ ਇਨ ਅਸੰਤ। ਤਰਸ ਜਾ ਕੇ ਆਏ ਹੋ, ਫੀਲ ਕੁਝ ਵੱਖਰਾ ਹੋ ਰਿਹਾ ਅੱਜ ਤਾਂ? ਲੋਕ ਬਹੁਤ ਜੋਸ਼ ਆ ਰਿਹਾ, ਦਸਤਾਰਾ ਪਾ ਕੇ ਤਾਂ ਹੋਰ ਜ਼ਿਆਦਾ ਜੋਸ਼ ਆ ਗਿਆ, ਹੋਰ ਹਿੰਮਤ ਆ ਜਾਂਦੀ ਹੈ ਦਸਤਾਰ? ਬਹੁਤ ਜ਼ਿਆਦਾ। ਕੀ ਇੱਥੋਂ ਸਿੱਖਿਆ ਕੀ ਲੈ ਕੇ ਚੱਲੇ ਹੋ ਅੱਜ? ਸਿੱਖਿਆ ਲੈ ਕੇ ਚੱਲੇ ਆ ਕਿ ਮਤਲਬ ਸਹੀ ਦਾ ਸਾਥ ਦੇਣਾ ਚਾਹੀਦਾ, ਜੋ ਸਹੀ ਹੈ ਉਹਦਾ ਸਾਥ ਦਿਓ ਹਮੇਸ਼ਾ। ਡਰ ਨਹੀਂ ਲੱਗਦਾ ਤੁਸੀਂ ਸਰਕਾਰਾਂ ਨਾਲ ਸਿੱਧਾ ਮੱਥਾ ਲਾ ਰਹੇ ਹੋ? ਨਹੀਂ, ਡਰ ਵਾਲੀ ਕੋਈ ਗੱਲ ਨਹੀਂ ਹੈ, ਸਾਰੇ ਅਸੀਂ ਇਕੱਠੇ ਆ, ਡਰ ਕਿਸ ਚੀਜ਼ ਦਾ? ਬਸ ਮੇਰੀ ਤੇ ਇੱਕ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਕਿ ਮੋਦੀ ਸਾਹਿਬ ਨੂੰ ਤੇ ਇਹਨਾਂ ਦੀ ਜਿਹੜੀ ਟੀਮ ਹੈ ਸਾਰੀ, ਇਹਨੂੰ ਸਮੱਤ ਬਖਸ਼ਣ ਤੇ ਇਹ ਜਿਹੜਾ ਹੈਗਾ, ਇਹ ਜਿਹੜਾ ਸਾਡੇ ਵੀਰਾਂ ਦਾ ਸੰਘਰਸ਼ ਹੈ, ਇਹਦਾ ਵਿੱਚ ਸਾਰਾ ਇਹਨਾਂ ਦੇ ਜਿਹੜੇ ਉਹ
3 ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨ ਤਾਂ ਕਿ ਉਹ ਆਪਣੇ ਘਰਾਂ ਦੇ ਵਿੱਚ ਨਾ ਕਿ ਸੁਖ ਸ਼ਾਂਤੀ ਨਾਲ ਜਾਣ। ਇਹ ਕੋਈ ਸੌਖਾ ਨਹੀਂ ਹੈ ਕਿ ਇੱਥੇ ਸੜਕਾਂ ਦੇ ਉੱਤੇ ਰਾਤਾਂ ਤੇ ਬਹਿਣਾ, ਇਹ ਕਹਿਣਾ ਤੇ ਕਰਨਾ ਔਖਾ ਹੁੰਦਾ ਹੈ। ਉਹਨਾਂ ਨੂੰ ਜਿਸ ਚੀਜ਼ ਦਾ ਪਤਾ ਹੀ ਨਹੀਂ, ਜਿਸ ਚੀਜ਼ ਨੂੰ ਉਹ ਕਹਿ ਰਹੇ ਨੇ ਮੈਂ ਕਿਸਾਨਾਂ ਦੇ ਬੈਨੀਫਿਟ ਲਈ ਕਰ ਰਿਹਾ, ਅਗਰ ਕਿਸਾਨ ਉਹਨੂੰ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਤੇ ਉਹਨਾਂ ਨੇ ਕਿਉਂ ਕਹਿ ਰਹੇ ਨੇ ਕਿ ਮੈਂ ਇਹ ਜਿਹੜੇ ਨੇ ਉਹਨਾਂ ਦੇ ਬੈਨੀਫਿਟ ਲੈ। ਸੋ ਮੈਂ ਇਹ ਆਪਣੀ ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ ਵੀ ਇਹ ਬਿਲਕੁਲ ਇਹ ਰਿਕੁਐਸਟ ਕਰਨੀ ਆ ਕਿ ਇੱਕ ਵਾਰੀ ਆਪ ਆਣ ਕੇ ਇੱਥੇ ਦੇਖਣ, ਇਹ ਜਜ਼ਬੇ ਨੂੰ ਦੇਖਣ, ਤਾਂ ਫਿਰ ਉਹਨਾਂ ਨੂੰ ਪਤਾ ਚੱਲੇਗਾ ਕਿ ਇਹ ਅਸਲੀਅਤ ਕੀ ਹੈ। ਕਿਉਂਕਿ ਅਸੀਂ ਖੁਸ਼ੀ ਤਾਂ ਉਹਨਾਂ ਲਈ ਕਰਨਾ ਹੈ ਨਾ, ਜੇ ਕਿਸਾਨਾਂ ਲਈ, ਜੇ ਕਿਸਾਨਾਂ ਨੂੰ ਪਸੰਦ ਹੀ ਨਹੀਂ ਤਾਂ ਫਿਰ ਅਸੀਂ ਕਿਉਂ ਕੰਮ ਕਰ, ਜਿਨ੍ਹਾਂ ਲਈ ਕਰਨਾ ਹੈ ਉਹਨਾਂ ਨੂੰ ਪਸੰਦ ਨਹੀਂ ਤੇ ਆਪਾਂ ਕਿਉਂ ਕਰਨਾ। ਸੋ ਇੰਨੇ ਕੁ ਸ਼ਬਦਾਂ ਨਾਲ ਮੈਂ ਮਾਫੀ ਦੀ ਪ੍ਰਤੀਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ। ਸੋ ਇਹ ਦੇਖੋ ਕਿ ਹਰਿਆਣੇ ਅਤੇ ਦਿੱਲੀ ਤੋਂ ਇਹ ਲੇਡੀਜ਼ ਆਈਆਂ ਨੇ ਦਸਤਾਰਾਂ ਸਜਾ ਕੇ, ਦਸਤਾਰਾਂ ਬੰਨ ਕੇ ਕਹਿ ਰਹੀਆਂ ਨੇ ਕਿ ਜੋਸ਼ ਬਹੁਤ ਆ ਰਿਹਾ ਕਿਉਂਕਿ ਇਸ ਅੰਦੋਲਨ ਦੇ ਵਿੱਚ ਹਰ ਕੋਈ ਹਿੱਸਾ ਪਾ ਰਿਹਾ ਹੈ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋਵੇ। ਤਾਂ ਇਹਨਾਂ ਨੇ ਵੀ ਸੋਚਿਆ ਕਿ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਹਾਲਾਂਕਿ ਇਸ ਸੰਘਰਸ਼ ਦੇ ਵਿੱਚ ਔਰਤਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ, ਪਰ ਦਿੱਲੀ ਅਤੇ ਹਰਿਆਣੇ ਦੀਆਂ ਔਰਤਾਂ ਦੇ ਵੱਲੋਂ ਇਸ ਤਰੀਕੇ ਨਾਲ ਦਸਤਾਰ ਸਜਾ ਕੇ ਆਉਣਾ ਇਹ ਅੰਦੋਲਨ ਦੀ ਖੂਬਸੂਰਤੀ ਹੈ ਕਿ ਇਸ ਅੰਦੋਲਨ ਦੇ ਵਿੱਚ ਬੜੇ ਵਧੀਆ ਪ੍ਰਬੰਧ ਨੇ ਅਤੇ ਬੜੇ ਵਧੀਆ ਲੋਕ ਬੜੇ ਵਧੀਆ ਤਰੀਕੇ ਨਾਲ ਇੱਥੇ ਰਹਿ ਰਹੇ ਨੇ। ਤਾਂ ਹੀ ਇਹ ਆਪਣੇ ਵੱਲੋਂ ਡਰਾਈਵ ਕਰਕੇ ਗੱਡੀਆਂ ਇੱਥੇ ਆ ਰਹੇ ਨੇ ਤੇ ਆਪਣੇ ਆਪ ਨੂੰ ਸੇਫ ਸਮਝ ਰਹੇ ਨੇ ਤੇ ਸਿੱਖਿਆ ਲੈ ਕੇ ਜਾ ਰਹੇ ਨੇ ਬਹੁਤ ਸਾਰੀ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਦਿੱਲੀ ਪੋਸਟ ਪੰਜਾਬੀ, ਸਿੰਘੂ ਬਾਰਡਰ। ਕਿਸਾਨੀ ਅੰਦੋਲਨ ਦੇ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਰਿਹਾ ਹੈ, ਚਾਹੇ ਉਹ ਹਿੱਸਾ ਕਿਸੇ ਵੀ ਤਰੀਕੇ ਨਾਲ ਹੋਵੇ, ਚਾਹੇ ਸੇਵਾ ਕਰਕੇ ਹੋਵੇ ਜਾਂ ਆਪਣੇ ਵੱਲੋਂ ਪ੍ਰਦਰਸ਼ਨ ਕਰਕੇ ਹੋਵੇ। ਹਰਿਆਣੇ ਦੀਆਂ ਕੁਝ ਔਰਤਾਂ ਨੇ ਦਸਤਾਰ ਬੰਨ ਕੇ, ਹਰੇ ਰੰਗ ਦੀ ਦਸਤਾਰ ਬੰਨ ਕੇ ਉਹ ਇਸ ਅੰਦੋਲਨ ਦੇ ਵਿੱਚ ਪਹੁੰਚੇ ਨੇ। ਇਹ ਤਸਵੀਰਾਂ ਦੇਖੋ ਕਿ ਕਹਿੰਦੇ ਨੇ ਕਿ ਹਰਿਆਣੇ ਦੇ ਵਿੱਚ ਔਰਤਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਪਰ ਅਸੀਂ ਫਿਰ ਵੀ ਹਿੰਮਤ ਕਰਕੇ ਆਪ ਗੱਡੀ ਚਲਾ ਕੇ, ਇਹ ਕਹਿੰਦੇ ਨੇ ਕਿ ਮੇਰੇ ਸ਼ਹਿਰ ਦੇ ਵਿੱਚੋਂ ਮੈਂ ਇੱਕੋ ਲੇਡੀ ਆ ਕੱਲੀ ਕੱਲੀ ਜਿਨ੍ਹਾਂ ਨੂੰ ਡਰਾਈਵ ਆਉਂਦੀ ਆ, ਤੇ ਇਹ ਆਪ ਗੱਡੀ ਚਲਾ ਕੇ ਦੇਖੋ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਇੱਥੇ ਇਸ ਅੰਦੋਲਨ ਦੇ ਵਿੱਚ ਪਹੁੰਚੇ ਨੇ। ਗੱਲਬਾਤ ਕਰਦੇ ਮੈਮ, ਸਭ ਤੋਂ ਪਹਿਲਾਂ ਤਾਂ ਨਾਮ ਦੱਸ ਦਿਓ ਜੀ ਆਪਣਾ। ਮਨਪ੍ਰੀਤ ਕੌਰ ਵਿਰਕ, ਪਿੰਡ ਅਸੰਧ, ਜ਼ਿਲ੍ਹਾ ਕਰਨਾਲ ਜੀ। ਕੀ ਸੋਚਿਆ, ਕੀ ਲੱਗਾ ਕਿ ਅੱਜ ਦਸਤਾਰਾਂ ਬੰਨ ਕੇ ਆਉਣਾ ਚਾਹੀਦਾ?